ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖਦੇ ਪਏ ਹੋ ਦਵਿੰਦਰ ਟੀਵੀ। ਮੈਂ ਤੁਹਾਡਾ ਆਪਣਾ ਦੋਸਤ ਦਵਿੰਦਰ ਬੇਦੀ। ਅੱਜ ਦੋਸਤੋ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦਿਖਾਉਣ ਜਾ ਰਿਹਾ, ਜਿਹੜੀ ਕਿ ਇਤਿਹਾਸਕ ਹੈ ਅਤੇ ਦੇਖ ਕੇ ਤੁਹਾਡਾ ਵੀ ਮਨ ਜ਼ਰੂਰ ਖੁਸ਼ ਹੋਏਗਾ। ਅਤੇ ਪੁਰਾਤਨ ਸਮੇਂ ਦੀ ਉਹ ਨਾਯਾਬ ਚੀਜ਼ ਜਿਹੜੀ ਕਿ ਅਜੇ ਤੱਕ ਵੀ ਸਾਂਭ ਕੇ ਰੱਖੀ ਹੋਈ ਹੈ, ਸਾਡੇ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ, ਉਹ ਤੁਹਾਨੂੰ ਮੈਂ ਚੀਜ਼ ਦਿਖਾਉਣ ਜਾ ਰਿਹਾ। ਇਹ ਦੋਸਤੋ ਉਹ ਜਗ੍ਹਾ ਹੈ ਅਤੇ ਉਹ ਮਸ਼ੀਨਰੀ ਹੈ ਜਿੱਥੋਂ ਦਰਬਾਰ ਸਾਹਿਬ ਨੂੰ ਸਭ ਤੋਂ ਪਹਿਲਾਂ ਬਿਜਲੀ ਗਈ ਸੀ। ਠੀਕ ਹੈ, ਦਰਬਾਰ ਸਾਹਿਬ ਜਦੋਂ ਸਭ ਤੋਂ ਪਹਿਲਾਂ ਬਿਜਲੀ ਆਈ ਸੀ ਤਾਂ ਇਹ ਉਹ ਬਿਜਲੀ ਘਰ ਹੈ ਦੋਸਤੋ। ਇਹ ਪੁਰਾਣਾ, ਇਹ ਦੇਖੋ, ਇਹਦੀ ਬਿਲਡਿੰਗ ਦੇਖੋ ਕਿੱਡੀ ਅਜੇ ਤੱਕ ਵੀ ਮਜ਼ਬੂਤ ਹੈ ਅਤੇ ਕਿੱਡੀ ਸੋਲਿਡ ਹੈ। ਆਹ ਉਹ ਮਸ਼ੀਨਾਂ ਨੇ ਜਿਹੜੀਆਂ ਤੁਸੀਂ ਦੇਖਦੇ ਪਏ ਹੋ। ਠੀਕ ਹੈ, ਇਹਦੀ ਦੋਸਤੋ ਸ਼ੁਰੂਆਤ ਜਿਹੜੀ ਹੈ 1897 ਦੇ ਵਿੱਚ ਹੋਈ ਸੀ। ਇਸ ਜਗ੍ਹਾ ਦੀ 1897 ਦੇ ਵਿੱਚ ਇੱਥੇ ਹੋਈ ਸੀ ਅਤੇ ਬਹੁਤ ਹੀ ਭਾਰੀ ਜਿਹੜੀ ਮਸ਼ੀਨਰੀ ਹੈ ਉਹ ਇੱਥੇ ਲੱਗੀ ਹੋਈ ਹੈ। ਅਤੇ ਬਿਲਡਿੰਗ ਅੱਜ ਵੀ ਜਿਹੜੀ ਹੈ ਆਪਣੇ ਸੇਮ ਸਵਰੂਪ ਦੇ ਵਿੱਚ ਹੈਗੀ ਹੈ। ਕਾਫੀ ਜ਼ਿਆਦਾ ਹਾਈ ਦਰਜੇ ਦਾ ਮਟੀਰੀਅਲ ਇੱਥੇ ਲੱਗਾ ਹੋਇਆ ਹੈ। ਆਹ ਤੁਸੀਂ ਸਾਰਾ ਦੇਖ ਸਕਦੇ ਹੋ। ਪੌੜੀਆਂ ਦੇਖੋ, ਹਰ ਇੱਕ ਮਸ਼ੀਨ ਦੇ ਕੋਲ ਥੱਲੇ ਪੌੜੀਆਂ ਲੱਗੀਆਂ ਨੇ। ਨਹਿਰ ਦੇ ਬਿਲਕੁਲ ਉੱਪਰ ਇਹ ਬਣਾਈ ਹੋਈ ਹੈ ਕਿਉਂਕਿ ਪਾਣੀ ਦੇ ਨਾਲ ਹੀ ਬਿਜਲੀ ਪੈਦਾ ਹੁੰਦੀ ਹੈ। ਠੀਕ ਹੈ, ਅਤੇ ਥੱਲੇ ਨਹਿਰ ਤੋਂ ਜਿੱਥੇ ਪਾਣੀ ਥੱਲੇ ਐਂਟਰ ਹੁੰਦਾ ਉਹ ਵੀ ਮੈਂ ਤੁਹਾਨੂੰ ਸਾਰੀ ਜਗ੍ਹਾ ਦਿਖਾਉਂਦਾ ਵਾਂ। ਥੱਲੇ ਜਾ ਕੇ ਤੁਸੀਂ ਦੇਖੋ। ਪਹਿਲਾਂ ਤਾਂ ਮੈਂ ਇਹ ਸੋਚਦਾ ਪਿਆ ਹਾਂ ਦੋਸਤੋ ਵੀ ਇਹ ਜਿਹੜੀ ਮਸ਼ੀਨਰੀ ਲੱਗੀ ਹੈ ਇਹ ਐਡੀ ਭਾਰੀ ਮਸ਼ੀਨਰੀ ਹੈ। ਮੈਂ ਤੁਹਾਨੂੰ ਅੱਗੋਂ ਜਾ ਕੇ ਦਿਖਾਉਂਦਾ ਅਤੇ ਐਡਾ ਸੋਲਿਡ ਇਹ ਲੋਹਾ ਹੈ। ਠੀਕ ਹੈ, ਜਿਹੜਾ ਕਿ ਅੱਜ ਦੀ ਡੇਟ ਵਿੱਚ ਵੀ ਫਿੱਟ ਕਰਨਾ ਬੜਾ ਔਖਾ ਹੈ। ਕਿ ਜਦੋਂ ਕਿ ਅੱਜ ਸਾਰਾ ਕੁਝ ਸਾਡੇ ਕੋਲ ਮਸ਼ੀਨਰੀ ਅਵੇਲੇਬਲ ਹੈ, JCB ਅਵੇਲੇਬਲ ਹੈ, ਹੋਰ ਕਈ ਤਕਨੀਕਾਂ ਹੈਗੀਆਂ ਨੇ ਵੀ ਜਿਹੜੀਆਂ ਆਪਾਂ ਮਸ਼ੀਨਰੀ ਭਾਰੀ ਤੋਂ ਭਾਰੀ ਵੀ ਚੁੱਕ ਕੇ ਅਤੇ ਇੱਕ ਤੋਂ ਦੂਜੀ ਥਾਂ 'ਤੇ ਫਿੱਟ ਕਰ ਸਕਦੇ ਹਾਂ। ਪਰ ਆਹ ਤੁਸੀਂ ਦੇਖੋ ਵੀ ਆਹ ਐਡੀ ਭਾਰੀ ਮਸ਼ੀਨਰੀ, ਇੰਨਾ ਤਾਂਬਾ ਅੰਦਰ ਲੱਗਾ ਹੋਇਆ ਹੈ। ਠੀਕ ਹੈ, ਤਾਂ ਉਦੋਂ ਇੱਥੇ ਇਹਨੂੰ ਕਿਵੇਂ ਫਿੱਟ ਕੀਤਾ ਹੋਏਗਾ, ਇਹ ਵੀ ਇੱਕ ਬੜੀ ਦੋਸਤੋ ਵੱਡੀ ਇੱਕ ਪ੍ਰਾਪਤੀ ਹੈ ਉਸ ਟੀਮ ਦੀ। ਵੀ ਉਹ ਬੰਦੇ ਉਦੋਂ ਇਤਿਹਾਸ ਦੇ ਵਿੱਚ ਦੇਖੋ ਫਿਰ ਸਾਡੇ ਤੋਂ ਕਿੰਨਾ ਅੱਗੇ ਸੀ ਨਾ। ਅਸੀਂ ਅਜੇ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਅਸੀਂ ਬਹੁਤ ਤਰੱਕੀ ਕਰ ਲਈ ਹੈ, ਬਹੁਤ ਅੱਗੇ ਹਾਂ। ਪਰ ਦੇਖ ਲਓ ਤੁਸੀਂ, ਜੇ ਉਹਨਾਂ ਦੇ ਸਾਈਨ ਬੋਰਡ ਪੁਰਾਣੇ ਦੇਖੋ ਤਾਂ ਸਾਨੂੰ ਲੱਗਦਾ ਹੈ ਵੀ ਉਹਨਾਂ ਦੀ ਜ਼ਿਆਦਾ ਤਰੱਕੀ ਸੀਗੀ। ਆਹ ਦੇਖੋ ਵੀ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ। ਠੀਕ ਹੈ, ਇੱਥੇ ਮਸ਼ੀਨਰੀ ਫਿੱਟ ਕਰਨੀ ਲਿਆਉਣੀ ਕੋਈ ਸੌਖੀ ਗੱਲ ਨਹੀਂ ਸੀ ਹੈਗੀ, ਬਹੁਤ ਹੀ ਭਾਰੀ ਮਸ਼ੀਨਰੀ ਹੈ। ਠੀਕ ਹੈ, ਅਤੇ ਇਹਦਾ ਹੁਣ ਇਤਿਹਾਸ ਕੀ ਹੈ, ਮੈਂ ਤੁਹਾਨੂੰ ਇਤਿਹਾਸ ਵੀ ਦੱਸਣ ਜਾ ਰਿਹਾ ਵੀ ਇਹ ਬਿਜਲੀ ਘਰ ਕਿਵੇਂ ਹੋਂਦ ਦੇ ਵਿੱਚ ਆਇਆ, ਕਿੰਨੇ ਇਹ ਬਣਾਇਆ, ਕਿਹੜੇ ਸੰਨ ਦੇ ਵਿੱਚ ਇਹ ਬਣਿਆ। ਅਤੇ ਇਹਦਾ ਦੋਸਤੋ ਬੜਾ ਭਾਰੀ ਵਿਰੋਧ ਵੀ ਹੋਇਆ ਸੀ। ਸ਼ੁਰੂ ਤੋਂ ਇਹਦਾ ਬੜਾ ਭਾਰੀ ਵਿਰੋਧ ਹੋਇਆ ਸੀ। ਇਹ ਜਦੋਂ ਬਿਜਲੀ ਘਰ ਦੋਸਤੋ ਬਣਨ ਲੱਗਾ, ਜਦੋਂ ਇਹਦੀ ਡਿਜ਼ਾਇਨਿੰਗ ਅਤੇ ਪ੍ਰਪੋਜ਼ਲ ਸਾਰੀ ਤਿਆਰ ਹੋਈ ਤਾਂ ਇਹਦਾ ਬੜਾ ਭਾਰੀ ਵਿਰੋਧ ਹੋਇਆ। ਵਿਰੋਧ ਕੀਤਾ ਜਿਹੜੇ ਅੰਦਰ ਦਰਬਾਰ ਸਾਹਿਬ ਦੇ ਜਥੇਦਾਰ ਸਨ ਅਤੇ ਅੰਦਰ ਜਿਹੜੇ ਰਾਗੀ ਸਿੰਘ ਸੀਗੇ ਅਤੇ ਹੋਰ ਜਿਹੜੇ ਕਈ ਅੰਦਰ ਪ੍ਰੇਮੀ ਸੀਗੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਰੂਟੀਨ 'ਚ ਸੇਵਾ ਕਰਨ ਵਾਲੇ ਸੀਗੇ, ਉਹ ਸੀਗੇ ਦੋਸਤੋ। ਉਹਨਾਂ ਦਾ ਇੱਕ ਤਾਂ ਇਹ ਕਹਿਣਾ ਸੀਗਾ ਵੀ ਇਹਦੇ 'ਤੇ ਖਰਚਾ ਬਹੁਤ ਜ਼ਿਆਦਾ ਆਏਗਾ ਅਤੇ ਬਜਟ ਇੰਨਾ ਸਾਡਾ ਕੋਲ ਹੈਗਾ ਨਹੀਂ। ਬਿਲਡਿੰਗ ਜਿਹੜੀ ਹੈ ਬਹੁਤ ਮਜ਼ਬੂਤ ਅਤੇ ਬਹੁਤ ਹੀ ਭਾਰੀ ਮਸ਼ੀਨਰੀ ਹੈ, ਉਹਦੇ ਵਾਸਤੇ ਬੜਾ ਉੱਦਮ ਕਰਨਾ ਪਏਗਾ ਅਤੇ ਇੰਨੀ ਮੈਨ ਪਾਵਰ ਅਤੇ ਇੰਨਾ ਜਿਹੜਾ ਬਜਟ ਹੈ ਉਹ ਅਜੇ ਸਾਡੇ ਕੋਲ ਨਹੀਂ ਹੈਗਾ। ਠੀਕ ਹੈ, ਕਾਫੀ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਦੇ ਤਰਕ ਸੀਗੇ ਵੀ ਇੱਕ ਤਾਂ ਖਰਚੇ ਵੱਧ ਜਾਣਗੇ ਕਿਉਂਕਿ ਬਿਜਲੀ ਲੱਗੇਗੀ ਅਤੇ ਬਿਜਲੀ ਦਾ ਬਿੱਲ ਵੀ ਆਏਗਾ। ਠੀਕ ਹੈ, ਅਤੇ ਹੋਰ ਕੋਈ ਰਿਪੇਅਰ ਦਾ ਖਰਚਾ ਪਏਗਾ, ਕੋਈ ਮਕੈਨਿਕ ਦਾ ਖਰਚਾ ਪਏਗਾ, ਤਾਰਾਂ ਦਾ ਕੋਈ ਖਰਚਾ ਪਏਗਾ। ਸਭ ਤੋਂ ਮੇਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਆਕਾਰ ਦੇ ਵਿੱਚ, ਆਕਾਰ ਇਸ ਤਰ੍ਹਾਂ ਵੀ ਉਹਨਾਂ ਨੇ ਕਿਹਾ ਸੁੰਦਰਤਾ ਦੇ ਵਿੱਚ ਕਮੀ ਆਏਗੀ, ਵੀ ਜਿਹੜੀ ਸੁੰਦਰਤਾ ਹੋਏਗੀ। ਕਾਫੀ ਸਮਝਾਉਣ 'ਤੇ ਜਦੋਂ ਉਹਨਾਂ ਨੂੰ ਤਰਕ ਦਿੱਤੇ ਗਏ ਵੀ ਇਹਦੇ ਵਿੱਚ ਨਾ ਤਾਂ ਕੋਈ ਰਿਸਕ ਹੈ ਅਤੇ ਆਕਾਰ ਦੇ ਵਿੱਚ ਵੀ ਆਪਾਂ ਫਰਕ ਨਹੀਂ ਆਉਣ ਦੇਵਾਂਗੇ, ਉਹਨਾਂ ਨੇ ਟੀਮ ਨੇ ਸਮਝਾਇਆ ਇਹਨਾਂ ਨੂੰ। ਐਕਚੁਅਲ 'ਚ ਇਹ ਦੋਸਤੋ ਸਾਰੀ ਜਿਹੜੀ ਇਹ ਸੇਵਾ ਹੈ ਨਾ, ਇਹ ਫਰੀਦਕੋਟ ਦੇ ਰਾਜੇ ਮਹਾਰਾਜਾ ਵਿਕਰਮ ਸਿੰਘ ਨੇ ਸ਼ੁਰੂ ਕੀਤੀ ਸੀਗੀ। ਉਹਨਾਂ ਦਾ ਇਹ ਮਨ ਦੇ ਵਿੱਚ ਸੀਗਾ ਵੀ ਇਹ ਮੈਂ ਇੱਥੇ ਬਿਜਲੀ ਜਿਹੜੀ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਲਾਂਟ ਲਵਾਵਾਂ ਅਤੇ ਬਿਜਲੀ ਸ਼ੁਰੂ ਹੋਵੇ।
ਜਦੋਂ ਮਹਾਰਾਜ ਵਿਕਰਮ ਸਿੰਘ ਨੇ ਇਹਨਾਂ ਦੇ ਨਾਲ ਮੀਟਿੰਗ ਕੀਤੀ ਤਾਂ ਕਾਫੀ ਸਮਝਾਉਣ ਬੁਝਾਉਣ ਤੋਂ ਬਾਅਦ ਇਹਨਾਂ ਦੇ ਨਾਲ ਫਿਰ ਇੱਕ ਫੈਸਲਾ ਲਿੱਤਾ ਗਿਆ ਵੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਐਕਸਪਰਟ ਬੰਦਿਆਂ ਦੀ, ਅਤੇ ਇਹਨਾਂ ਵਿੱਚ ਜਥੇਦਾਰਾਂ ਨੂੰ ਲੈ ਕੇ ਇੱਕ ਕਮੇਟੀ ਬਣਾ ਦਿੱਤੀ ਗਈ ਜਿਹਦਾ ਨਾਂ ਰੱਖਿਆ ਗਿਆ ਰੋਸ਼ਨੀ ਕਮੇਟੀ। ਠੀਕ ਹੈ, ਉਹ ਰੋਸ਼ਨੀ ਕਮੇਟੀ ਹੀ ਹੁਣ ਸਾਰੇ ਫੈਸਲੇ ਅੱਗੋਂ ਲਏਗੀ ਅਤੇ ਜੋ ਵੀ ਕੋਈ ਮੁਸ਼ਕਲਾਂ ਆਉਣਗੀਆਂ ਉਹ ਰਾਜਾ ਸਾਹਿਬ ਨਾਲ ਡਿਸਕਸ ਕੀਤਾ ਜਾਏਗਾ। ਆਹ ਦੇਖੋ ਦੋਸਤੋ, ਤੁਸੀਂ ਵੀਡੀਓ ਦੇ ਵਿੱਚ ਦੇਖਦੇ ਪਏ ਹੋ ਕਿੱਡਾ ਮੋਟਾ ਤਾਂਬਾ ਜਿਹੜਾ ਅਜੇ ਵੀ ਲੱਗਾ ਹੋਇਆ ਹੈ। ਇਹ ਤਾਂ ਅਜੇ ਪੂਰੇ ਦਾ ਪੂਰਾ ਉੱਪਰ ਵੀ ਤਾਂਬਾ ਸਾਰਾ ਲੱਗਾ ਹੋਇਆ ਸੀ, ਉਹ ਦੱਸਦੇ ਪਏ ਨੇ। ਆਹ ਦੇਖੋ ਉਹਦੇ ਮੁਤਾਬਕ, ਪਰ ਇੱਥੋਂ ਕੋਈ ਅਮਲੀ ਨਸ਼ੇੜੀ ਜਿਹੜੇ ਬੜੇ ਨੇ ਉਹ ਲਾ ਕੇ ਲੈ ਗਏ ਨੇ। ਮਸ਼ੀਨਰੀ ਦੇਖੋ ਜਿਹੜੀ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਵੀ ਕਿੱਡੀ ਭਾਰੀ ਮਸ਼ੀਨਰੀ ਹੈ, ਜਿਹੜੀ ਕਿ ਸਾਰੀ ਦੀ ਸਾਰੀ ਹੈ ਜਿਹੜੀ ਹੈ ਕੈਨੇਡਾ ਤੋਂ ਆਈ ਹੋਈ ਹੈ। ਇਹ ਮਸ਼ੀਨਰੀ ਇੱਥੇ ਲਿਆਣੀ, ਫਿੱਟ ਕਰਨੀ, ਉਦੋਂ ਨਾ ਤਾਂ ਕੋਈ ਪ੍ਰੋਪਰ ਸੜਕਾਂ ਸੀਗੀਆਂ, ਨਾ ਹੀ ਕੋਈ JCB ਸੀਗੀ, ਅਤੇ ਨਾ ਹੀ ਕੋਈ ਉਦੋਂ ਇੰਨੀ ਮੈਨ ਪਾਵਰ ਸੀਗੀ। ਪਰ ਉਹਦੇ ਬਾਵਜੂਦ ਦੇਖ ਲਓ ਕਿੱਡੀ ਉਹਨਾਂ ਨੇ ਸਫਾਈ ਦੇ ਨਾਲ ਅਤੇ ਕਿੱਡੇ ਵਧੀਆ ਤਰੀਕੇ ਦੇ ਨਾਲ ਵੀ ਜਿਹੜੀ ਅੱਜ ਵੀ ਦੋਸਤੋ ਕਿੰਨੇ 100 ਸਾਲਾਂ ਬਾਅਦ ਵੀ ਅੱਜ ਵੀ ਜਿਹੜਾ ਆਪਣੀ ਜਗ੍ਹਾ ਦੇ ਉੱਤੇ ਐਜ਼ ਇਟ ਟਿਕੀ ਹੋਈ ਹੈ। ਇੱਥੋਂ ਦੋਸਤੋ ਪਾਣੀ ਆਉਂਦਾ ਸੀਗਾ ਅੰਦਰ, ਦੇਖੋ ਜਿਹੜਾ ਪਾਣੀ ਰੋਕਣ ਵਾਲਾ ਉਹ ਦਰਵਾਜ਼ਾ ਹੈ ਉਹ ਵੀ ਐਜ਼ ਇਟ ਹੈ ਦੋਸਤੋ, ਉਹਨੇ ਵੀ ਅਜੇ ਤੱਕ ਵੀ ਉਹਨੇ ਪਾਣੀ ਰੋਕ ਕੇ ਰੱਖਿਆ ਹੋਇਆ। ਉਹ ਕਿੱਡੇ ਮਜ਼ਬੂਤ ਅਤੇ ਕਿੱਡੇ ਵਧੀਆ ਲੋਹੇ ਦੇ ਨਾਲ ਬਣਿਆ ਹੋਏਗਾ ਵੀ ਜਿਹੜਾ ਅਜੇ ਤੱਕ ਵੀ ਪਾਣੀ ਦੇ ਵਿੱਚ ਉਹ ਗਲਿਆ ਨਹੀਂ ਹੈਗਾ। ਅਤੇ ਆਹ ਦੇਖੋ ਦੋਸਤੋ ਮਸ਼ੀਨਰੀ ਦਾ ਤੁਸੀਂ ਦੇਖੋ ਵੀ ਕਿੱਡੀ ਤਾਕਤਵਰ ਮਸ਼ੀਨਰੀ ਅਤੇ ਕਿੱਡੀ ਵਧੀਆ ਮਸ਼ੀਨਰੀ, ਅਤੇ ਤਾਂਬਾ ਕਿੰਨਾ ਜ਼ਿਆਦਾ ਜਿਹੜਾ ਮੈਂ ਤੁਹਾਨੂੰ ਵਿੱਚ ਦਿਖਾ ਰਿਹਾ। ਫਿਰ ਦੋਸਤੋ ਤੁਹਾਨੂੰ ਮੈਂ ਦੱਸਿਆ ਵੀ ਰਾਜਾ ਵਿਕਰਮ ਸਿੰਘ ਹੋਰਾਂ ਨੇ ਇੱਕ ਇਹਨਾਂ ਦੇ ਨਾਲ ਮੀਟਿੰਗ ਕਰਕੇ ਅਤੇ ਇੱਕ ਰੋਸ਼ਨੀ ਕਮੇਟੀ ਬਣਾਤੀ ਵੀ ਜਿਹੜੀ ਇਹ ਸਾਰੇ ਫੈਸਲੇ ਲਏਗੀ। ਠੀਕ ਹੈ, ਫਿਰ ਉਸ ਤੋਂ ਬਾਅਦ ਰਾਜਾ ਵਿਕਰਮ ਸਿੰਘ ਹੋਰਾਂ ਨੇ ਜਿਹੜੇ ਕਿ ਫਰੀਦਕੋਟ ਦੇ ਰਾਜੇ ਸੀ, ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇੱਕ 50 ਰੁਪਏ ਦੀ FD ਕਰਾਤੀ। FD ਇਸ ਕਰਕੇ ਕਰਵਾਈ ਵੀ ਇਹਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ, ਅਤੇ ਜਿਹੜੀ ਕੋਈ ਲੋੜ ਹੋਏਗੀ ਪੈਸਿਆਂ ਦੀ ਉਹ ਇਹ ਜਗ੍ਹਾ ਪਹਿਲਾਂ ਲੈਣੀ ਸੀ, ਜਗ੍ਹਾ ਦੀ ਸਾਰੀ ਇਹ ਕੰਸਟਰਕਸ਼ਨ ਕਰਨੀ ਸੀ, ਬਣਾਉਣਾ ਸੀਗਾ ਜਗ੍ਹਾ ਨੂੰ, ਕਿਉਂਕਿ ਸਾਰਾ ਉੱਥੇ ਉਦੋਂ ਜੰਗਲ ਸੀਗਾ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਜਦੋਂ ਮਹਾਰਾਜਾ ਵਿਕਰਮ ਸਿੰਘ ਹੋਰਾਂ ਨੇ 50 ਰੁਪਏ ਦੀ FD ਕਰਾਈ ਤਾਂ ਰੋਸ਼ਨੀ ਕਮੇਟੀ ਬਣ ਗਈ, ਤਾਂ ਇੱਥੇ ਜਿਹੜਾ ਇਹ ਕੰਮ ਜਿਹੜਾ ਸ਼ੁਰੂ ਹੋ ਗਿਆ। ਦੋਸਤੋ ਜਿਹੜੀ ਰੋਸ਼ਨੀ ਕਮੇਟੀ ਸੀਗੀ ਉਹਦੇ ਵਿੱਚ ਜਿਹੜਾ ਆਗੂ ਬਣਾਇਆ ਗਿਆ, ਜਿਹੜਾ ਕਿ ਚੇਅਰਮੈਨ ਬਣਾਇਆ ਗਿਆ, ਉਹ ਸੁੰਦਰ ਸਿੰਘ ਮਜੀਠੀਏ ਨੂੰ ਬਣਾਇਆ ਗਿਆ ਵੀ ਇਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੀ ਇਹ ਰੋਸ਼ਨੀ ਕਮੇਟੀ ਕੰਮ ਕਰੇਗੀ। ਇੱਥੇ ਜਗ੍ਹਾ ਦਾ ਚयन ਹੋਇਆ ਵੀ ਇਹ ਜਗ੍ਹਾ ਜਿਹੜੀ ਹੈ ਨਹਿਰ ਦੇ ਬਿਲਕੁਲ ਨੇੜੇ ਆ, ਅਤੇ ਇੱਥੇ ਸਾਰੀ ਲੇਬਰ ਲਾ ਕੇ ਅਤੇ ਕੰਮ ਸ਼ੁਰੂ ਕੀਤਾ ਗਿਆ। ਮਸ਼ੀਨਰੀ ਦਾ ਵਿਸ਼ੇਸ਼ ਉਪਰਾਲਾ ਮਹਾਰਾਜਾ ਵਿਕਰਮ ਸਿੰਘ ਨੇ ਕਰਕੇ ਅਤੇ ਇਹਨੂੰ ਬਾਹਰੋਂ ਕੈਨੇਡਾ ਤੋਂ ਮੰਗਵਾਇਆ ਗਿਆ ਮਸ਼ੀਨਰੀ ਨੂੰ। ਠੀਕ ਹੈ, ਫਿਰ ਜਦੋਂ ਰੋਸ਼ਨੀ ਕਮੇਟੀ ਨੇ ਆਪਣਾ ਇਹ ਕੰਮ ਪੂਰਾ ਕਰ ਲਿਆ ਵੀ ਜਗ੍ਹਾ ਦੀ ਸਾਰੀ ਉਸਾਰੀ ਕਰ ਦਿੱਤੀ, ਅਤੇ ਹੁਣ ਵਾਰੀ ਆ ਗਈ ਸੀ ਮਸ਼ੀਨਰੀ ਦੀ। ਫਿਰ ਗੱਲ ਇਹ ਆਈ ਵੀ ਮਸ਼ੀਨਰੀ ਤਾਂ ਆਏਗੀ, ਉਹਨੂੰ ਚਲਾਏਗਾ ਕੌਣ, ਉਹਨੂੰ ਫਿੱਟ ਕੌਣ ਕਰੇਗਾ? ਐਡੀ ਭਾਰੀ ਮਸ਼ੀਨਰੀ ਨੂੰ ਉਹਦੇ ਤੋਂ ਕੰਮ ਕਿਵੇਂ ਲਵਾਂਗੇ, ਉਹਦੀ ਬਿਜਲੀ ਕਿਵੇਂ ਆਪਾਂ ਉਹਦੇ ਤੋਂ ਬਣਵਾਵਾਂਗੇ? ਇਹਦੇ ਐਕਸਪਰਟ ਜਿਹੜੇ ਨੇ ਉਹ ਕੋਈ ਇੱਥੇ ਤਾਂ ਲੱਭੇ ਹੀ ਨਹੀਂ ਉਦੋਂ ਵੀ ਕੋਈ ਇੱਥੇ ਵੀ ਹੋਵੇ ਵੀ ਜਿਹੜਾ ਇਹ, ਕਿਉਂਕਿ ਇਹੋ ਜਿਹੇ ਪਲਾਂਟ ਤਾਂ ਬਹੁਤ ਕਿਤੇ ਟਾਵੇਂ ਸੀਗੇ ਪੂਰੇ ਦੁਨੀਆ ਦੇ ਵਿੱਚ। ਅਤੇ ਉਹ ਫਿਰ ਉਹਨਾਂ ਨੇ ਮਹਾਰਾਜਾ ਨਾਲ ਗੱਲ ਕੀਤੀ ਰੋਸ਼ਨੀ ਕਮੇਟੀ ਨੇ। ਫਿਰ ਮਹਾਰਾਜਾ ਵਿਕਰਮ ਸਿੰਘ ਹੋਰੀ ਅੱਗੇ ਆਏ, ਉਹਨਾਂ ਨੇ ਜਿਹੜੀ ਬਾਹਰੋਂ ਮਸ਼ੀਨਰੀ ਮੰਗਾਈ, ਅਤੇ ਮਸ਼ੀਨਰੀ ਦੇ ਨਾਲ ਹੀ ਉਹਨਾਂ ਨੇ ਫਿਰ ਸਾਰੀ ਉਹ ਜਿਹੜੇ ਐਕਸਪਰਟ ਸੀਗੇ ਅਤੇ ਨਾਲ ਉਹ ਲੇਬਰ ਸੀਗੀ ਜਿਹੜੀ ਅਤੇ ਇੰਜੀਨੀਅਰ ਸੀਗੇ, ਉਹ ਵੀ ਸਾਰੇ ਦੇ ਸਾਰੇ ਉਹਨਾਂ ਨੇ ਬਾਹਰੋਂ ਹੀ ਮੰਗਾਏ। ਠੀਕ ਹੈ, ਜਿਹੜੇ ਕਿ ਇੱਥੇ ਸਾਰੀ ਆ ਕੇ ਉਹਨਾਂ ਨੇ ਫਿਟਿੰਗ ਕੀਤੀ, ਅਤੇ ਪਲੱਸ ਇੱਥੇ ਰੋਸ਼ਨੀ ਕਮੇਟੀ ਨੇ ਅੱਗੋਂ ਬੰਦੇ ਅਪੁਆਇੰਟ ਕੀਤੇ। ਠੀਕ ਹੈ, ਉਦੋਂ ਦੋਸਤੋ ਕਹਿੰਦੇ ਵੀ 21 ਬੰਦੇ ਇਹਨਾਂ ਨੇ ਰੋਸ਼ਨੀ ਕਮੇਟੀ ਨੇ ਉਹ ਇੰਜੀਨੀਅਰਾਂ ਨੂੰ ਦਿੱਤੇ ਸੀਗੇ, ਜਿਨ੍ਹਾਂ ਨੇ ਪੂਰਾ ਇੱਥੇ ਦੋਸਤੋ 6 ਮਹੀਨੇ ਲੱਗ ਕੇ ਇਹ ਕੰਮ ਪੂਰਾ ਕਰਵਾਇਆ, ਅਤੇ ਨਾਲ ਉਹਨਾਂ ਨੇ ਪੂਰੇ ਪਲਾਂਟ ਦੀ ਸਮਝ ਵੀ ਲਈ ਵੀ ਕੱਲ੍ਹ ਨੂੰ ਇਹ ਇੰਜੀਨੀਅਰਾਂ ਦੇ ਜਾਣ ਤੋਂ ਬਾਅਦ ਜੇ ਕੋਈ ਇਹਦੇ ਵਿੱਚ ਫਾਲਟ ਆਉਂਦਾ ਹੈ ਅਤੇ ਜਾਂ ਇਹਨੂੰ ਆਪਾਂ ਸੁਚਾਰੂ ਢੰਗ ਦੇ ਨਾਲ ਰੈਗੂਲਰ ਕਿਵੇਂ ਚਲਾਉਣਾ ਹੈ, ਉਹਦੀ ਸਾਰੀ ਉਹਨਾਂ ਨੇ ਇਸ ਚੀਜ਼ ਦੀ ਉਹਨਾਂ ਕੋਲੋਂ ਸਮਝ ਵੀ ਲਈ। ਠੀਕ ਹੈ, ਅਤੇ ਦੋਸਤੋ ਜਦੋਂ ਇਹ ਸਾਰਾ ਕੁਛ ਜਗ੍ਹਾ ਬਣ ਗਈ, ਠੀਕ ਹੈ, ਰੋਸ਼ਨੀ ਕਮੇਟੀ ਨੇ ਸਾਰਾ ਕੁਛ ਇੱਥੇ ਕੰਸਟਰਕਸ਼ਨ ਕਰਾਤਾ। ਆਹ ਸ਼ੈੱਡ ਜਿਹੜੇ ਤੁਸੀਂ ਦੇਖਦੇ ਪਿਓ ਬਣਾਤੇ, ਉੱਤੇ ਆਹ ਟੀਨਾਂ ਦੀ ਛੱਤ ਵੀ ਪਈ ਹੋਈ ਸੀਗੀ, ਜਿਹੜੀ ਕਿ ਹੁਣ ਸਮੇਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਹੱਦ ਤੱਕ ਖਰਾਬ ਹੋਈ ਪਈ ਹੈ। ਫਿਰ ਉਹਨਾਂ ਨੇ ਐਸਟੀਮੇਟ ਲਵਾਇਆ ਜਿਹੜਾ ਕਿ ਟੋਟਲ 25,000 ਦਾ ਬੰਦਾ ਸੀਗਾ, ਜਿਹੜਾ 25,000 ਹੋਰ ਲੱਗਣਾ ਸੀ। 25,000 ਦਾ ਐਸਟੀਮੇਟ ਇਸ ਤਰ੍ਹਾਂ ਬਣਦਾ ਸੀਗਾ ਵੀ ਸਾਰੇ ਰਾਹ ਦੇ ਵਿੱਚ ਖੰਭੇ ਲੱਗਣੇ ਸੀ, ਤਾਰਾਂ ਲੱਗਣੀਆਂ ਸੀਗੀਆਂ,
ਆ ਦੋਸਤੋ ਸ਼ੈੱਡ ਦੀ ਤੁਸੀਂ ਛੱਤ ਦੇਖ ਸਕਦੇ ਹੋ, ਸ਼ੈੱਡ ਕਿੱਡੇ ਕਿੱਡੇ ਤਕੜੇ ਨੇ, ਠੀਕ ਹੈ। ਤੇ ਪਲੱਸ ਅੰਦਰ ਸਾਰਾ ਫਿਟਿੰਗ ਦਾ ਸਮਾਨ ਲੱਗਣਾ ਸੀਗਾ, ਠੀਕ ਹੈ। ਇਹ ਸਾਰੀ ਮੇਨਟੇਨੈਂਸ, ਲੇਬਰ ਤੇ ਮਸ਼ੀਨਰੀ ਸਾਰੀ ਦਾ ਖਰਚਾ ਜਿਹੜਾ ਹੈ 25,000 ਰੁਪਈਆ ਬੈਠਦਾ ਪਿਆ ਸੀਗਾ, ਠੀਕ ਹੈ। ਫਿਰ ਰਾਜਾ ਵਿਕਰਮ ਸਿੰਘ ਹੋਰਾਂ ਨਾਲ ਗੱਲ ਕੀਤੀ ਤੇ ਰਾਜਾ ਵਿਕਰਮ ਸਿੰਘ ਹੋਰੀ ਫੌਰਨ ਫਿਰ ਅੱਗੇ ਆਏ, ਠੀਕ ਹੈ। ਉਹਨਾਂ ਨੇ ਇਹਦਾ ਐਸਟੀਮੇਟ ਜਿਹੜਾ 25,000 ਰੁਪਈਆ ਸੁਣਿਆ ਤਾਂ ਉਹਨਾਂ ਨੇ ਤੁਰੰਤ ਦੋਸਤੋ 15 ਅਪ੍ਰੈਲ 1897 ਦਾ ਉਹ ਦਿਨ ਸੀਗਾ ਦੋਸਤੋ, ਜਿਸ ਦਿਨ ਰਾਜਾ ਵਿਕਰਮ ਸਿੰਘ ਹੋਰਾਂ ਨੇ ਇਹ ਫੈਸਲਾ ਕੀਤਾ। 15 ਅਪ੍ਰੈਲ 1897 ਨੂੰ ਉਹਨਾਂ ਨੇ ਦਰਬਾਰ ਸਾਹਿਬ ਦੇ ਨਾਂ ਦੇ ਉੱਤੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ 25,000 ਰੁਪਈਆ ਜਮ੍ਹਾਂ ਕਰਵਾਤਾ। 25,000 ਰੁਪਈਆ ਜਮ੍ਹਾਂ ਕਰਵਾਤਾ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ 15 ਅਪ੍ਰੈਲ 1897 ਨੂੰ, ਠੀਕ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਤੇ ਉਹਨਾਂ ਨੇ, ਅਤੇ ਉਹਨਾਂ ਨੇ ਇਹ ਸਾਰੇ ਪੈਸੇ ਦਾ ਜਿਹੜਾ ਅਧਿਕਾਰ ਹੈ ਉਹ ਰੋਸ਼ਨੀ ਕਮੇਟੀ ਨੂੰ ਦੇ ਦਿੱਤਾ, ਠੀਕ ਹੈ। ਰਾਜਾ ਵਿਕਰਮ ਸਿੰਘ ਹੋਰਾਂ ਨੇ ਉੱਥੇ ਲਿਖ ਕੇ ਦਿੱਤਾ ਵੀ ਇਹ ਸਾਰਾ ਜਿਹੜਾ 25,000 ਹੈ ਇਹ ਰੋਸ਼ਨੀ ਕਮੇਟੀ ਆਪਣੇ ਹਿਸਾਬ ਨਾਲ ਹੀ ਇਹਨੂੰ ਵਰਤੇਗੀ, ਜਿੰਨੀ ਜਿੰਨੀ ਉਹਨੂੰ ਲੋੜ ਹੋਏਗੀ ਇਸ ਪਲਾਂਟ ਵਾਸਤੇ ਉਹ ਉੱਥੋਂ ਪੈਸੇ ਕਢਾਉਂਦੇ ਜਾਣਗੇ ਅਤੇ ਇੱਥੇ ਵਰਤਦੇ ਜਾਣਗੇ, ਇਹਨਾਂ ਨੂੰ ਹੀ ਸਾਰੇ ਅਧਿਕਾਰ ਹੋਣਗੇ, ਠੀਕ ਹੈ। ਫਿਰ ਸਾਰੀ ਮਸ਼ੀਨਰੀ ਜਿਹੜੀ ਹੈ ਇਹ ਇੰਗਲੈਂਡ ਤੋਂ ਆਈ ਦੋਸਤੋ, ਤੁਹਾਨੂੰ ਮੈਂ ਦੱਸਿਆ। ਸਾਰੀ ਲੇਬਰ ਵੀ ਉੱਥੋਂ ਆਈ ਕਿ ਬਹੁਤ ਜ਼ਿਆਦਾ ਮਸ਼ੱਕਤ ਦੇ ਨਾਲ ਮਸ਼ੀਨਰੀ ਤੁਸੀਂ ਦੇਖਦੇ ਪਿਓ ਵੀ ਅਜੇ ਵੀ ਆਪਣੇ ਸਰੂਪ ਦੇ ਵਿੱਚ ਕਿਤੇ ਕੋਈ ਗਲੀ ਨਹੀਂ ਹੋਈ, ਕਿਤੇ ਕੁਛ ਇੰਨੀ ਦੇਰ 'ਚ ਤਾਂ 200 ਪੱਥਰ ਜਿਹੜੇ ਨੇ ਉਹ ਵੀ ਆਪਣੀ ਜਗ੍ਹਾ ਛੱਡ ਜਾਂਦੇ ਨੇ। ਇਹ ਵੀ ਦੇਖੋ ਆਹ ਸ਼ੈੱਡ ਜਿਹੜਾ ਹੈ ਵੀ ਉਸ ਟਾਈਮ ਦਾ ਹੈਗਾ ਅਤੇ ਵਿੱਚੋਂ ਥੋੜ੍ਹਾ ਬਹੁਤਾ ਖ਼ਰਾਬ ਜ਼ਰੂਰ ਹੋ ਗਿਆ ਪਰ ਫਿਰ ਵੀ ਆਪਣੀ ਸਥਿਤੀ ਦੇ ਉੱਤੇ ਖਲੋਤਾ ਹੋਇਆ, ਠੀਕ ਹੈ। ਛੱਤ ਵੀ ਕਾਫੀ ਉੱਚੀ ਪਾਈ ਹੈ, ਅੰਦਰ ਐਂਗਲ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵਧੀਆ ਤਰੀਕੇ ਦੇ ਨਾਲ। ਆ ਸਾਈਡਾਂ 'ਤੇ ਦੇਖੋ ਕੰਧਾਂ ਦੇ ਨਾਲ ਨਾਲ ਐਂਗਲ ਬਣੇ ਹੋਏ ਨੇ। ਫਿਰ ਦੋਸਤੋ ਨਹਿਰ ਦਾ ਪਾਣੀ ਜਿਹੜਾ ਹੈ ਉਹ ਹਟਵਾਂ ਸੀਗਾ, ਨਹਿਰ ਦੇ ਪਾਣੀ ਨੂੰ ਇੱਥੇ ਥੱਲੇ ਸਾਰੀਆਂ ਉਸ ਹਿਸਾਬ ਦੇ ਨਾਲ ਹੋਲ ਬਣਾਏ, ਨਾਲੀਆਂ ਬਣਾਈਆਂ, ਉਹ ਪਾਣੀ ਨੂੰ ਇੱਥੇ ਲਿਆਂਦਾ ਥੱਲੇ ਮਸ਼ੀਨਾਂ ਦੇ ਕੋਲ, ਮਸ਼ੀਨਾਂ ਸਾਰੀਆਂ ਫਿੱਟ ਕੀਤੀਆਂ ਅਤੇ ਚਲਾਈਆਂ। ਅਤੇ ਦੋਸਤੋ ਇਹ ਰਾਜਾ ਵਿਕਰਮ ਸਿੰਘ ਹੋਰਾਂ ਦੇ ਸਹਿਯੋਗ ਦੇ ਨਾਲ ਰੋਸ਼ਨੀ ਕਮੇਟੀ ਜਿਹੜੀ ਇਹ ਪੈਸੇ ਖਰਚਦੀ ਰਹੀ, ਜਿਹੜੇ ਰਾਜਾ ਵਿਕਰਮ ਸਿੰਘ ਹੋਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ 25,000 ਰੁਪਏ ਜਮ੍ਹਾਂ ਕਰਵਾਇਆ ਸੀਗਾ, ਠੀਕ ਹੈ। ਅਤੇ ਇਹ ਪਲਾਂਟ ਜਿਹੜਾ ਹੈ ਇਹ ਸ਼ੁਰੂ ਹੋ ਗਿਆ, ਠੀਕ ਹੈ। ਪਲਾਂਟ ਸ਼ੁਰੂ ਹੋਣ ਤੋਂ ਬਾਅਦ ਜਦੋਂ ਬਿਜਲੀ ਆਈ ਤਾਂ ਸਭ ਤੋਂ ਪਹਿਲਾਂ ਇਹ ਫੈਸਲਾ ਹੋਇਆ ਵੀ ਬਿਜਲੀ ਜਿਹੜੀ ਹੈ ਨਾ ਅੰਦਰ ਜਿਹੜਾ ਸੱਚਖੰਡ ਦੇ ਵਿੱਚ ਜੇ ਨਾ ਦਿੱਤੀ ਜਾਏ। ਇਹਨੂੰ ਰੋਸ਼ਨੀ ਕਮੇਟੀ ਨੇ ਇਹ ਡਿਸੀਜਨ ਲਿਆ ਵੀ ਇਹਨੂੰ ਪਹਿਲਾਂ ਆਪਾਂ ਇੱਕ ਟਰਾਈ ਦੇ ਤੌਰ ਦੇ ਉੱਤੇ ਜਾਂ ਇੱਕ ਕਹਿ ਲਓ ਵੀ ਤੁਸੀਂ ਇਹਨੂੰ ਦੇਖਣ ਵਾਸਤੇ ਵੀ ਇਹਦਾ ਕੀ ਲਾਭ ਹੈ ਜਾਂ ਕੀ ਹਾਨੀ ਹੈ, ਠੀਕ ਹੈ। ਇਹਨੂੰ ਦੋਸਤੋ ਪਹਿਲਾਂ ਪਰਿਕਰਮਾ ਦੇ ਵਿੱਚ ਬਿਜਲੀ ਚਾਲੂ ਕੀਤੀ ਗਈ, ਦਰਬਾਰ ਸਾਹਿਬ ਦੀ ਸਾਰੀ ਪਰਿਕਰਮਾ ਦੇ ਵਿੱਚ ਚਾਲੂ ਕੀਤੀ ਗਈ ਅਤੇ ਨਾਲ ਹੀ ਲੰਗਰ ਹਾਲ ਦੇ ਵਿੱਚ ਵੀ ਚਾਲੂ ਕੀਤੀ ਗਈ ਬਿਜਲੀ, ਠੀਕ ਹੈ। ਉੱਥੋਂ ਦੋਵੇਂ ਚੀਜ਼ਾਂ ਤੋਂ ਇਹ ਚਾਲੂ ਕਰਕੇ ਅਤੇ ਉਹਨਾਂ ਨੇ ਇਸ ਚੀਜ਼ ਨੂੰ ਕੁਛ ਸਮਾਂ ਦੇਖਿਆ ਵੀ ਇਹਦੇ ਕੀ ਕੋਈ ਨੁਕਸਾਨ ਤਾਂ ਨਹੀਂ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਠੀਕ ਤਰੀਕੇ ਨਾਲ ਚੱਲ ਰਹੀ ਹੈ, ਇਹਦਾ ਕੋਈ ਫਰਕ ਨਹੀਂ ਪੈ ਰਿਹਾ, ਅਤੇ ਫਿਰ ਉਹਨਾਂ ਨੇ ਅੰਦਰ ਸੱਚਖੰਡ ਨੂੰ ਵੀ ਉਹ ਤਾਰਾਂ ਦੇ ਕੇ ਅਤੇ ਬਿਜਲੀ ਜਿਹੜੀ ਹੈ ਅੰਦਰ ਵੀ ਸ਼ੁਰੂ ਕਰ ਦਿੱਤੀ। ਦੋਸਤੋ ਕਹਿੰਦੇ ਨੇ ਵੀ ਜਦੋਂ ਬਿਜਲੀ ਅੰਦਰ ਸ਼ੁਰੂ ਹੋਈ ਤਾਂ ਉਦੋਂ ਇੱਕ ਅਲੱਗ ਹੀ ਤਰ੍ਹਾਂ ਦਾ ਮਾਹੌਲ ਸੀਗਾ। ਆਹ ਦੇਖੋ ਗਰਾਰੀਆਂ ਦੇਖੋ ਦੋਸਤੋ ਕਿੱਡੀਆਂ ਤਗੜੀਆਂ ਤਗੜੀਆਂ ਨੇ, ਜਿਹੜੀਆਂ ਕਿ ਅੱਜ ਵੀ ਆਪਣੇ ਆਪ ਦੇ ਵਿੱਚ ਆਪਣੀ ਗਵਾਹੀ ਆਪ ਹੀ ਦਿੰਦੀਆਂ ਪਈਆਂ ਨੇ, ਠੀਕ ਹੈ। ਦੇਖੋ ਉੱਤੋਂ ਹੁਣ ਇਹਦੇ ਕੋਈ ਛੱਤ ਨਹੀਂ, ਕਈ ਸਾਲਾਂ ਤੋਂ ਕਹਿ ਸਕਦੇ ਹਾਂ ਵੀ ਹੋ ਸਕਦਾ ਸੈਂਕੜੇ ਸਾਲਾਂ ਤੋਂ ਹੀ ਇਹਦੀ ਛੱਤ ਵੀ ਗੈਪ ਹੈ, ਕੋਈ ਇਹਦੀ ਮੇਨਟੇਨੈਂਸ ਨਹੀਂ, ਠੀਕ ਹੈ। ਕਈ ਨਸ਼ੇੜੀ ਅਮਲੀ ਦੋਸਤੋ ਇਹਦਾ ਸਾਰੇ ਦਾ ਸਾਰਾ ਤਾਂਬਾ ਜਿਹੜਾ ਕਿ ਅੰਦਰ ਮਸ਼ੀਨਾਂ ਦੇ ਉੱਤੇ ਲੱਗਾ ਹੋਇਆ ਸੀ ਉਹ ਹੌਲੀ ਹੌਲੀ ਕਰਕੇ ਸਾਰਾ ਲਾਹ ਕੇ ਲੈ ਗਏ ਹੋਏ ਨੇ। ਇੱਥੇ ਹੁਣ ਵੀ ਕੋਈ ਸਿਕਿਉਰਿਟੀ ਗਾਰਡ ਨਹੀਂ ਹੈਗਾ ਅਤੇ ਕੋਈ ਵੀ ਇਹਦਾ ਜਿਹੜਾ ਹੈ ਉਹ ਸਿਰ ਦਾ ਸਾਈਂ ਇਸ ਟਾਈਮ ਨਹੀਂ ਹੈਗਾ, ਪਰ ਉਹਦੇ ਬਾਵਜੂਦ ਵੀ ਮਸ਼ੀਨਰੀ ਹੀ ਐਡੀ ਸੋਲਿਡ ਹੈ ਕਿਉਂਕਿ ਇਹ ਬਾਹਰ ਦੀ ਬਣੀ ਹੈ, ਠੀਕ ਹੈ। ਅਤੇ ਦਰਬਾਰ ਸਾਹਿਬ ਨੂੰ ਇਹਨੇ ਬਿਜਲੀ ਸਪਲਾਈ ਕੀਤੀ ਹੈ, ਉੱਥੋਂ ਦਾ ਵੀ ਇਹਨੂੰ ਆਸ਼ੀਰਵਾਦ ਪ੍ਰਾਪਤ ਹੈ ਸੱਚਖੰਡ ਦਾ, ਅਤੇ ਇਹ ਅੱਜ ਵੀ ਆਪਣੀ ਜਗ੍ਹਾ 'ਤੇ ਦੇਖ ਲਓ ਦੋਸਤੋ ਉਸ ਤਰ੍ਹਾਂ ਹੀ ਇਹ ਕਾਇਮ ਹੈਗੀ ਹੈ। ਦੋਸਤੋ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਖੰਭੇ ਲੱਗੇ ਸੀ ਨਾ ਬਿਜਲੀ ਜਦੋਂ ਚੱਲੀ ਸੀ ਤਾਂ ਤੁਸੀਂ ਦੇਖਿਓ ਉੱਥੇ ਇੱਕ ਖੰਭਾ ਅਜੇ ਵੀ ਨਿਸ਼ਾਨੀ ਦੇ ਤੌਰ 'ਤੇ ਲਗਾ ਕੇ ਰੱਖਿਆ। ਦਰਬਾਰ ਸਾਹਿਬ ਤਾਂ ਆਪਾਂ ਸਾਰੇ ਹੀ ਕਈ ਵਾਰੀ ਜਾ ਚੁੱਕੇ ਹਾਂ, ਸੈਂਕੜੇ ਹਜ਼ਾਰਾਂ ਵਾਰੀ ਜਾ ਚੁੱਕੇ ਹਾਂ, ਪਰ ਉਸ ਖੰਭੇ ਦਾ ਜਿਹੜਾ ਕਿ ਮੇਨ ਦੇ ਉੱਤੇ ਹੀ ਹੈ ਪਰ ਕਦੀ ਆਪਾਂ ਕਿਸੇ ਨੇ ਧਿਆਨ ਨਹੀਂ ਦਿੱਤਾ।
ਉਹ ਖੰਭਾ ਦੋਸਤੋ ਉੱਥੇ ਹੈਗਾ ਜਿੱਥੇ ਪਾਣੀ ਦੀ ਛਬੀਲ ਹੈ, ਜਿੱਥੋਂ ਕਿ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਮਿਲਦੀਆਂ ਨੇ ਦੋਸਤੋ। ਉਹਦੇ ਨਾਲ ਜਿਹੜੀ ਪਾਣੀ ਦੀ ਛਬੀਲ ਹੈ ਉਹਦੇ ਬਿਲਕੁਲ ਸਾਹਮਣੇ ਤੁਸੀਂ ਦੇਖਿਓ ਕਾਰਨਰ ਦੇ ਉੱਤੇ ਉਹ ਉਦੋਂ ਦਾ ਖੰਭਾ ਜਿਹੜਾ ਉਹ ਲੱਗਾ ਆ, ਜਿਹੜਾ ਕਿ 15 ਅਪ੍ਰੈਲ 1897 ਨੂੰ ਲਾਇਆ ਸੀਗਾ, ਜਿਹਦੀ ਕਿ ਪੇਮੈਂਟ ਜਿਹੜੀ ਹੈ ਮਹਾਰਾਜਾ ਵਿਕਰਮ ਸਿੰਘ ਹੋਰਾਂ ਨੇ ਜਮ੍ਹਾਂ ਕਰਵਾਈ ਸੀ ਪੰਜਾਬ ਐਂਡ ਸਿੰਧ ਬੈਂਕ 'ਚ, ਅਤੇ ਉਹਨਾਂ ਪੈਸਿਆਂ ਤੋਂ ਉਹ ਬਿਜਲੀ ਦਾ ਖੰਭਾ ਆਇਆ ਸੀਗਾ। ਉਹ ਆਪਣੀ ਜਗ੍ਹਾ ਦੇ ਉੱਤੇ ਅਜੇ ਵੀ ਉਸੇ ਤਰ੍ਹਾਂ ਬਿਰਾਜਮਾਨ ਹੈ। ਉਹ ਸੰਗਤਾਂ ਨੂੰ ਇੱਕ ਨਿਸ਼ਾਨੀ ਦੇ ਤੌਰ 'ਤੇ ਅਜੇ ਵੀ ਸ਼੍ਰੋਮਣੀ ਕਮੇਟੀ ਨੇ ਉੱਥੇ ਉਹ ਰੱਖਿਆ ਹੋਇਆ ਵੀ ਤਾਂ ਕਿ ਸੰਗਤਾਂ ਉਹਨੂੰ ਦੇਖ ਕੇ ਪੁਰਾਣਾ ਇਤਿਹਾਸ ਆਪਣਾ ਜਿਹੜਾ ਉਹ ਯਾਦ ਕਰ ਸਕਦੀਆਂ, ਜਾਂ ਪੁਰਾਣਾ ਖੰਭੇ ਕਿਵੇਂ ਦੇ ਸੀਗੇ ਲੱਗੇ। ਉਹ ਇੱਕ ਖੰਭਾ ਦੋਸਤੋ ਉੱਥੇ ਅਜੇ ਵੀ ਐਜ਼ ਇਟ ਆਪਣੀਆਂ ਆਕਾਰ ਦੇ ਵਿੱਚ ਖੜ੍ਹਾ ਹੈ। ਤੁਸੀਂ ਹੁਣ ਜਦੋਂ ਵੀ ਦਰਬਾਰ ਸਾਹਿਬ ਜਾਓ ਤਾਂ ਤੁਸੀਂ ਦੇਖਿਓ ਵੀ ਜਿੱਥੋਂ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਦੀ ਅੰਦਰੋਂ ਪਰਚੀ ਮਿਲਦੀ ਹੈ, ਠੀਕ ਹੈ, ਉਹਦੇ ਨਾਲ ਜਿਹੜੀ ਪਾਣੀ ਦੀ ਛਬੀਲ ਹੈ ਉਹਦੇ ਬਿਲਕੁਲ ਸਾਹਮਣੇ ਸਰੋਵਰ ਦੇ ਕੰਢੇ ਦੇ ਉੱਤੇ ਉਹ ਖੰਭਾ ਜਿਹੜਾ ਕਾਲੇ ਰੰਗ ਦੇ ਵਿੱਚ ਅਜੇ ਵੀ ਲੱਗਾ ਹੋਇਆ ਹੈ। ਉਸ ਤਰ੍ਹਾਂ ਦੇ ਦੋਸਤੋ ਸਾਰੇ ਪਾਸੇ ਪਰਿਕਰਮਾ ਦੇ ਵਿੱਚ ਉਦੋਂ ਉਹ ਖੰਭੇ ਲਗਾਏ ਗਏ ਸੀ, ਜਿਨ੍ਹਾਂ ਦੇ ਉੱਤੋਂ ਤਾਰਾਂ ਆਈਆਂ ਸੀ ਅਤੇ ਇਹਨਾਂ ਦੇ ਉੱਤੇ ਹੀ ਬਲਬ ਲੱਗੇ ਸੀਗੇ, ਜਿਹੜੇ ਕਿ ਸਾਰੇ ਦਰਬਾਰ ਸਾਹਿਬ ਨੂੰ ਬਿਜਲੀ ਦੇ ਨਾਲ ਚਮਕਾਉਂਦੇ ਸੀਗੇ, ਠੀਕ ਹੈ। ਸੋ ਦੋਸਤੋ ਇਹ ਤਾਂ ਸੀਗਾ ਉਹ ਇਤਿਹਾਸ ਵੀ ਜਿਹੜਾ ਮੈਂ ਤੁਹਾਨੂੰ ਦੱਸਿਆ, ਠੀਕ ਹੈ। ਬਹੁਤ ਮਿਹਨਤ ਕਰਨ ਤੋਂ ਬਾਅਦ ਦੋਸਤੋ ਇਹ ਸਾਰੀਆਂ ਚੀਜ਼ਾਂ ਦਾ ਮੈਂ ਪਤਾ ਲਾ ਪਾਇਆ, ਕਮੇਟੀ ਕਿਵੇਂ ਬਣੀ, ਉਹਦਾ ਪਹਿਲਾ ਐਸਟੀਮੇਟ ਕੀ ਸੀਗਾ। ਮਹਾਰਾਜਾ ਵਿਕਰਮ ਸਿੰਘ ਹੋਰੀ ਅੱਗੇ ਆਏ ਫਰੀਦਕੋਟ ਦੇ, ਉਹਨਾਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਕੀਤਾ, ਠੀਕ ਹੈ। ਫਿਰ ਜਿਹੜੀ ਲੇਬਰ ਹੈ ਜਾਂ ਕਾਰੀਗਰ ਨੇ, ਇੰਜੀਨੀਅਰ ਨੇ, ਉਹ ਵੀ ਸਾਰੇ ਮਹਾਰਾਜਾ ਹੋਰਾਂ ਨੇ ਆਪਣੇ ਖਰਚੇ 'ਤੇ ਆਪਣੀ ਪੇਮੈਂਟ 'ਤੇ ਮਸ਼ੀਨਰੀ ਵੀ ਸਾਰੀ ਬਾਹਰੋਂ ਮੰਗਾਈ, ਠੀਕ ਹੈ, ਫਿੱਟ ਕਰਾਈ। ਫਿਰ 21 ਬੰਦੇ ਜਿਹੜੇ ਨਾਲ ਲਾਏ ਸੀਗੇ ਉਦੋਂ ਟੀਮ ਦੇ ਨਾਲ, ਜਿਹੜੇ ਬਾਹਰੋਂ ਇੰਜੀਨੀਅਰ ਆਏ ਸੀਗੇ, ਕਿਉਂਕਿ ਮਹਾਰਾਜਾ ਨੂੰ ਅਤੇ ਕਮੇਟੀ ਨੂੰ, ਰੋਸ਼ਨੀ ਕਮੇਟੀ ਨੂੰ ਇਹ ਵੀ ਖਦਸ਼ਾ ਸੀ ਵੀ ਕੱਲ੍ਹ ਨੂੰ ਇਹ ਜਦੋਂ ਟੀਮ ਚਲੀ ਜਾਏਗੀ ਅਤੇ ਉਸ ਤੋਂ ਬਾਅਦ ਇਹਦੀ ਮੇਨਟੇਨੈਂਸ ਅਤੇ ਇਹਨੂੰ ਰੈਗੂਲਰ ਜਿਹੜਾ ਚਲਾਉਣ ਦਾ ਕੰਮ ਹੈ ਉਹ ਅਸੀਂ ਫਿਰ ਬਾਰ-ਬਾਰ ਕਿਵੇਂ ਇਹਨਾਂ ਨੂੰ ਬਾਹਰੋਂ ਉੱਥੋਂ ਇੰਗਲੈਂਡ ਤੋਂ ਹੀ ਮੰਗਾਵਾ ਕਰਾਂਗੇ। ਉਹ ਫਿਰ ਦੋਸਤੋ ਜਿਹੜੇ 21 ਸਾਡੇ ਯੋਧੇ ਸੀਗੇ ਉਹਨਾਂ ਨੂੰ ਉਹਨਾਂ ਨੇ ਪੂਰਾ ਐਕਸਪਰਟ ਕਰ ਦਿੱਤਾ ਸੀਗਾ, 6 ਮਹੀਨਿਆਂ ਦੇ ਵਿੱਚ ਪੂਰਾ ਤਿਆਰ ਕਰ ਦਿੱਤਾ ਸੀਗਾ। ਉਹਨਾਂ ਨੇ ਫਿਰ ਸਾਰੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਲਈ ਸੀ। ਸੋ ਦੋਸਤੋ ਇਹ ਅਜੇ ਵੀ ਤੁਸੀਂ ਦੇਖ ਸਕਦੇ ਹੋ, ਇਹ ਨਹਿਰ ਵਾਲੇ ਪੁਲ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅਜੇ ਵੀ ਇਹ ਸਥਾਪਿਤ ਹੈਗਾ ਬਿਜਲੀ ਘਰ। ਤੁਸੀਂ ਕਿਸੇ ਵੇਲੇ ਜਾਓ ਤਾਂ ਤੁਸੀਂ ਜ਼ਰੂਰ ਇਸ ਦੇ ਦਰਸ਼ਨ ਕਰਕੇ ਆਇਓ, ਠੀਕ ਹੈ। ਸੋ ਦੋਸਤੋ ਇਹ ਤਾਂ ਸੀਗਾ ਇੱਕ ਮੇਰਾ ਪ੍ਰੋਗਰਾਮ ਵੀ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ। ਪ੍ਰੋਗਰਾਮ ਬਹੁਤ ਮਿਹਨਤ ਦੇ ਨਾਲ ਬਣਾਇਆ, ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦੇਣਾ, ਅਤੇ ਮੈਨੂੰ ਦੋਸਤੋ ਉਮੀਦ ਹੈ ਵੀ ਤੁਸੀਂ ਸਬਸਕ੍ਰਾਈਬ ਵੀ ਕਰ ਦਿਓਗੇ। ਤੁਸੀਂ